ਹੁਣ ਤਾਂ ਮੈਨੂੰ ਇਹ ਵੀ ਨਹੀਂ ਸਮਝ ਆ ਰਹੀ ਕਿ ਪੈਰਾਮੀਟਰ ਕਿਸ ਪੈਰਾਮੀਟਰ ਤੇ ਤਰਸ ਦੇ ਆਧਾਰ ਤੇ ਨੌਕਰੀ ਦਿੱਤੀ ਜਾਂਦੀ ਹੈ। ਇਹੋ ਜਿਹੀਆਂ ਨੌਕਰੀਆਂ ਦੇ ਕੇ ਮੈਂ ਤਾਂ ਇਸ ਗੱਲ ਤੇ ਹੈਰਾਨ ਆ ਵੀ ਅਸੀਂ ਕੀ ਪਰਸੈਪਸ਼ਨ ਕ੍ਰੀਏਟ ਕਰਨਾ ਚਾਹੁੰਦੇ ਹਾਂ। ਲੜਾਈ ਨਵਜੋਤ ਸਿੰਘ ਸਿੱਧੂ ਦੀ ਤੇ ਕੈਪਟਨ ਅਮਰਿੰਦਰ ਸਿੰਘ ਦੀ ਨਹੀਂ ਹੈ, ਇਹ ਲੜਾਈ ਇਸ਼ੂਜ਼ ਦੀ ਲੜਾਈ ਹੈਗੀ ਹੈ। ਮਾਲਵੇ ਦੇ ਵਿੱਚ ਬਹੁਤੇ ਪਿੰਡਾਂ ਦੇ ਵਿੱਚ ਬੋਰਡ ਲੱਗ ਗਿਆ ਵੀ ਇੱਥੇ ਪੋਲੀਟੀਕਲ ਬੰਦਾ ਵੜਨਾ ਨਹੀਂ ਚਾਹੀਦਾ। ਇਹ ਵਿਡਰਾ ਕਰੋ, ਇਹਦੇ ਰਿਪਰਕਸ਼ਨਸ ਬੜੇ ਸਰਕਾਰ ਲਈ ਵੀ ਮਾੜੇ ਹੋਣਗੇ ਔਰ ਕਾਂਗਰਸ ਪਾਰਟੀ ਲਈ ਵੀ ਬਹੁਤ ਮਾੜੇ ਹੋਣਗੇ। ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਆਪਸੀ ਗੁੱਟਬਾਜ਼ੀ ਜੋ ਕਿ ਵਿਧਾਨ ਸਭਾ ਚੋਣਾਂ ਵੀ ਸੂਬਾਈ ਦੇ ਨੇੜੇ ਆਉਂਦਿਆਂ ਹੀ ਚਰਮ ਸੀਮਾ ਤੇ ਪਹੁੰਚ ਚੁੱਕੀ ਹੈ। ਖਾਸ ਤੌਰ ਤੇ ਨਵਜੋਤ ਸਿੰਘ ਸਿੱਧੂ ਧੜਾ ਜੋ ਕਿ ਇਸ ਵੇਲੇ ਸਿੱਧੇ ਹੀ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਦੇ ਖਿਲਾਫ ਬੋਲਦਾ ਹੋਇਆ ਦਿਖਾਈ ਦੇ ਰਿਹਾ ਹੈ। ਇਸ ਦੇ ਚੱਲਦੇ ਹੀ ਐਤਵਾਰ ਨੂੰ ਨਵਜੋਤ ਸਿੰਘ ਸਿੱਧੂ ਦੇ ਖਾਸਮ ਖਾਸ ਅਤੇ ਕਾਂਗਰਸ ਪਾਰਟੀ ਦੇ ਵਿਧਾਇਕ ਪ੍ਰਗਟ ਸਿੰਘ ਵੱਲੋਂ ਇੱਕ ਵਾਰ ਫਿਰ ਤੋਂ ਪੱਤਰਕਾਰਾਂ ਦੇ ਰੂਬਰੂ ਹੁੰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਬੋਲੇ ਗਏ। ਆਪਾਂ ਇਸ ਕਰਕੇ ਇਕੱਠੇ ਹੋਏ ਹਾਂ ਕਿ ਜਿਹੜੀਆਂ ਪਰਸੋਂ ਕੈਬਨਿਟ ਨੇ 2 MLAs ਦੇ ਬੇਟਿਆਂ ਨੂੰ ਜਿਹੜੀ ਨੌਕਰੀ ਦਿੱਤੀ ਹੈ, ਬਦਕਿਸਮਤੀ ਇਹ ਆ ਕਿ ਸਾਡੇ ਕੋਲ ਕਿੰਨੀਆਂ ਹੀ ਚਾਹੇ ਉਹ ਸਾਡੇ ਦੇਸ਼ ਦੀ ਸੇਵਾ ਕਰਕੇ ਉਹਨਾਂ ਦੀ ਜਾਨ ਚਲੇ ਗਈ, ਚਾਹੇ ਇਹੋ ਜਿਹੇ ਹੋਰ ਅਫੈਕਟਡ ਬੰਦੇ ਹੈਗੇ ਆ, ਅਸੀਂ ਉਹਨਾਂ ਨੂੰ ਨੌਕਰੀਆਂ ਦੇਣ ਦੀ ਬਜਾਏ ਅਸੀਂ ਇਹੋ ਜਿਹੇ ਪੈਰਾਮੀਟਰ ਚੁਣੇ ਆ ਕਿ ਜਿਹੜੇ ਮੇਰਾ ਖਿਆਲ ਹੈ ਕਿ ਹੁਣ ਤਾਂ ਮੈਨੂੰ ਇਹ ਵੀ ਨਹੀਂ ਸਮਝ ਆ ਰਹੀ ਕਿ ਪੈਰਾਮੀਟਰ ਕਿਸ ਪੈਰਾਮੀਟਰ ਤੇ ਤਰਸ ਦੇ ਆਧਾਰ ਤੇ ਨੌਕਰੀ ਦਿੱਤੀ ਜਾਂਦੀ ਹੈ। ਔਰ ਉਸ ਕੈਬਨਿਟ ਦੇ ਵਿੱਚ 5 ਮੰਤਰੀ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਅਪੋਜ਼ ਕੀਤਾ, ਕਿਉਂਕਿ ਜਿੱਥੇ ਗਰਾਊਂਡ ਰਿਐਲਿਟੀ ਦੀ ਗੱਲ ਹੈ ਉੱਥੇ ਸਰਕਾਰ ਦੀ ਪਰਸੈਪਸ਼ਨ ਦੀ ਵੀ ਗੱਲ ਹੈ। ਤੇ ਇਹੋ ਜਿਹੀਆਂ ਨੌਕਰੀਆਂ ਦੇ ਕੇ ਮੈਂ ਤਾਂ ਇਸ ਗੱਲ ਤੇ ਹੈਰਾਨ ਆ ਵੀ ਅਸੀਂ ਕੀ ਪਰਸੈਪਸ਼ਨ ਕ੍ਰੀਏਟ ਕਰਨਾ ਚਾਹੁੰਦੇ ਹਾਂ। ਅੱਛਾ, ਮੈਂ ਹਮੇਸ਼ਾ ਇੱਕ ਗੱਲ ਤੇ ਕਹਿੰਦਾ ਹੁੰਨਾ ਕਿ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ ਕਪੈਸਿਟੀ ਹੈਗੀ ਆ, ਐਡਮਿਨਿਸਟ੍ਰੇਟਿਵ ਐਬਿਲਿਟੀ ਹੈਗੀ ਆ, 5 ਮਿਨਿਸਟਰਸ ਦੇ ਅਪੋਜ਼ ਕਰਨ ਦੇ ਬਾਵਜੂਦ ਵੀ ਇਸ ਗੱਲ ਤੇ ਸੁਹਿਰਦ ਰਹਿਣਾ ਵੀ ਮੈਂ ਤਾਂ ਇਹ 2 MLAs ਨੂੰ ਜਿਹੜਾ ਆ ਉਹ ਆਪਣੇ ਧੜੇ ਦੇ ਨਾਲ ਰੱਖਣਾ। ਅੱਛਾ, ਬੇਸਿਕਲੀ ਇਹ ਮੈਨੂੰ ਤਾਂ ਐਂ ਲੱਗਦਾ ਇਹ ਹਾਰਸ ਟ੍ਰੇਡਿੰਗ ਨਹੀਂ ਤਾਂ ਹੋਰ ਕੀ ਹੈ। ਅਨਫੋਰਚੂਨੇਟ ਕਿ ਅਸੀਂ ਇਹੋ ਜਿਹੀ ਸੋਚ, ਔਰ ਮੈਂ ਉਹਦੇ ਨਾਲ ਮੀਡੀਆ ਨੂੰ ਵੀ ਰਿਕੁਐਸਟ ਕਰੂੰਗਾ ਕਿਉਂਕਿ ਇਹ ਲੜਾਈ ਨਵਜੋਤ ਸਿੰਘ ਸਿੱਧੂ ਦੀ ਤੇ ਕੈਪਟਨ ਅਮਰਿੰਦਰ ਸਿੰਘ ਦੀ ਨਹੀਂ ਹੈ, ਇਹ ਲੜਾਈ ਇਸ਼ੂਜ਼ ਦੀ ਲੜਾਈ ਹੈਗੀ ਆ। ਹੌਲੀ ਪਰਸੈਪਸ਼ਨ ਕੀ ਕ੍ਰੀਏਟ ਹੋ ਗਈ ਕਿ ਇਹ 2 ਪਰਸਨੈਲਿਟੀਜ਼ ਜਿਹੜੀਆਂ ਲੜ ਰਹੀਆਂ, ਪਰਸਨੈਲਿਟੀਜ਼ ਨਹੀਂ ਲੜ ਰਹੀਆਂ, ਕੋਈ ਧੜਾ ਨਹੀਂ ਹੈ ਕਾਂਗਰਸ ਦੇ ਵਿੱਚ। ਕਿਉਂਕਿ ਤੁਸੀਂ ਮੈਨੂੰ ਪਤਾ ਕੁਐਸਚਨ ਇਹ ਕਰਨਾ ਵੀ ਉਹ ਧੜੇ ਹੋ ਗਿਆ ਜੀ, ਇੱਦਾਂ ਹੋ ਗਿਆ ਜੀ, ਇੱਦਾਂ ਹੋ ਗਿਆ, ਇਹ ਇੱਕ ਕ੍ਰੀਏਸ਼ਨ ਹੈ। ਮੈਂ ਤਾਂ ਹਮੇਸ਼ਾ ਇੱਕ ਲੌਜਿਕ ਦੀ ਗੱਲ ਕੀਤੀ ਆ, ਹਮੇਸ਼ਾ ਇੱਕ ਉਹਨਾਂ ਚੀਜ਼ਾਂ ਦੀ ਗੱਲ ਕੀਤੀ ਆ ਜਿਹੜੀਆਂ ਸਾਡੇ ਸਮਾਜ ਨਾਲ ਜੁੜੀਆਂ ਹੋਈਆਂ ਹੁੰਦੀਆਂ ਤੇ ਸਾਡੇ ਸਮਾਜ ਨੂੰ ਉਹਨਾਂ ਦੀ ਜ਼ਰੂਰਤ ਹੁੰਦੀ ਆ। ਕਿਉਂਕਿ ਬਹੁਤੇ ਪੱਤਰਕਾਰ ਕਈ ਵਾਰੀ ਮੈਨੂੰ ਇਹ ਵੀ ਕਹਿੰਦੇ ਆ, ਸਵਾਲ ਪੁੱਛਦੇ ਆ ਵੀ ਹਾਂ ਵੀ ਇਹ ਲਾਸਟ ਜਦੋਂ 6 ਮਹੀਨੇ 8 ਮਹੀਨੇ ਰਹਿ ਜਾਂਦੇ ਆ, ਪਰ ਮੈਂ ਤੁਹਾਡੀ ਜਾਣਕਾਰੀ ਲਈ ਕਈ ਵਾਰੀ ਆਪਾਂ ਰਿਫਰੈਸ਼ ਕਰਨਾ ਹੁੰਦਾ। ਮੈਂ ਅੱਜ ਤੋਂ 1.5 ਸਾਲ ਪਹਿਲਾਂ, ਪੌਣੇ 2 ਸਾਲ ਪਹਿਲਾਂ 2019 ਦਸੰਬਰ ਦੇ ਵਿੱਚ ਪਹਿਲੀ ਚਿੱਠੀ ਲਿਖੀ ਸੀ, ਲੇਕਿਨ ਉਦੋਂ ਪਹਿਲਾਂ ਮੈਂ ਹਮੇਸ਼ਾ ਅੰਦਰ ਵੜ ਕੇ, ਕਿਉਂਕਿ ਮੈਨੂੰ ਪਤਾ ਵੀ ਪ੍ਰੋਟੋਕਾਲ ਨੂੰ ਫੋਲੋ ਕਰਨਾ ਹੁੰਦਾ,
ਅੰਦਰ ਵੜ ਕੇ, ਜਦੋਂ ਅੰਦਰ ਵੜ ਕੇ ਨਹੀਂ ਸੁਣੀ ਗਈ ਤਾਂ ਫਿਰ ਮੈਂ ਈਵਨ ਕਿ ਉਹਦੀ ਕਾਪੀ ਜਿਹੜੀ ਸੀ ਉਹ ਮਿਸਿਸ ਸੋਨੀਆ ਗਾਂਧੀ ਨੂੰ ਔਰ ਸਾਡੇ ਜਾਖੜ ਸਾਹਿਬ ਨੂੰ ਜਿਹੜੀ ਆ ਉਹ ਭੇਜੀ, ਔਰ ਉਹਦੇ ਤੋਂ ਬਾਅਦ ਵੀ ਬੇਸਿਕਲੀ ਬੁਲਾਇਆ ਵੀ ਗਿਆ, ਡਿਸਕਸ ਵੀ ਕੀਤਾ ਗਿਆ, ਲੇਕਿਨ ਪਰਨਾਲਾ ਉੱਥੇ ਦਾ ਉੱਥੇ ਹੀ। ਤੇ ਕਿਉਂਕਿ ਇਹ ਤਾਂ ਹੈ ਨਹੀਂਗਾ ਕਿ ਹਾਂ ਵੀ ਆਪਾਂ ਉਹ ਇਸ਼ੂ ਡ੍ਰੌਪ ਕਰ ਦਈਏ। ਔਰ ਆ ਜਿਹੜਾ ਕੱਲ੍ਹ ਹੋਇਆ ਜਾਂ ਪਰਸੋਂ ਹੋਇਆ, ਇਹ ਤਾਂ ਅਸਲੀ ਗੱਲ ਹੈ ਵੀ ਉਹ ਜਿਹੜੇ 5 ਮਿਨਿਸਟਰਸ ਹੈ ਉਹਨਾਂ ਦੇ ਅਪੋਜ਼ ਕਰਨ ਦੇ ਬਾਵਜੂਦ ਵੀ, ਔਰ ਸਾਡੇ ਪੀਸੀਸੀ ਪ੍ਰਧਾਨ ਸਾਹਿਬ ਨੇ ਵੀ ਇਹਨੂੰ ਅਪੋਜ਼ ਕੀਤਾ, ਸਾਡੇ ਹੋਰ ਐਮਐਲਏਜ਼ ਨੂੰ ਵੀ ਅਪੋਜ਼ ਕੀਤਾ। ਕੈਪਟਨ ਅਮਰਿੰਦਰ ਸਿੰਘ ਜੀ, ਆਪਾਂ ਕੀ ਪਰਸੈਪਸ਼ਨ ਕ੍ਰੀਏਟ ਕਰ ਰਹੇ ਹਾਂ? ਆਪਾਂ ਪਾਰਟੀ ਦੀ ਗੱਲ ਤੇ ਆਪਾਂ ਸਰਕਾਰ ਦੀ ਗੱਲ, ਕਿਉਂਕਿ ਸਰਕਾਰ ਦੇ ਵਿੱਚ ਫੇਅਰਨੈਸ ਜਿਹੜੀ ਆ, ਔਰ ਜਦੋਂ ਇਹਦਾ ਮਤਲਬ ਇਹ ਹੋਇਆ ਕਿ ਜਿੱਥੇ ਤੁਹਾਡੀ ਵਿਲ ਹੈ, ਉੱਥੇ ਭਾਵੇਂ 5 ਮੰਤਰੀ ਵੀ ਅਪੋਜ਼ ਕਰਦੇ ਹੋਣ, ਤੁਸੀਂ ਕੰਮ ਕਰਨਾ ਜ਼ਰੂਰ ਆ। ਮੈਂ ਤਾਂ ਇਸ ਗੱਲ ਲਈ ਕਿਉਂਕਿ ਮੈਨੂੰ ਪਤਾ ਕਿ ਇਸ ਇਨਸਾਨ ਦੀ ਕਪੈਸਿਟੀ ਹੈਗੀ ਆ, ਲੇਕਿਨ ਜਿਹੜੇ ਬਾਕੀ ਇਸ਼ੂਜ਼ ਹੈ ਆਪਾਂ ਉਹਦੇ 'ਤੇ ਕੀ ਕਰਦੇ ਹਾਂ? ਸੋ ਇਸ ਕਰਕੇ ਇਹਨੂੰ ਵਿਡਰਾਅ ਕੀਤਾ ਜਾਵੇ। ਔਰ ਕਿਉਂਕਿ ਇਹ ਤਰਸ ਵਾਲਾ ਆਧਾਰ ਬਿਲਕੁਲ ਹੈ ਨਹੀਂਗਾ, ਇਹ ਬਿਲਕੁਲ ਪਿਓਰਲੀ ਇੱਕ ਇਹੋ ਜਿਹੀ ਕ੍ਰੀਏਸ਼ਨ ਹੋ ਰਹੀ ਆ ਵੀ ਜਿਹਦੇ ਵਿੱਚ ਦੋ ਧੜਿਆਂ ਦੀ, ਮੈਂ ਬਾਰ-ਬਾਰ ਤੁਹਾਨੂੰ ਵੀ ਇਹ ਬੇਨਤੀ ਕਰਦਾ, ਆਪਾਂ ਧੜਿਆਂ ਦੀ ਗੱਲ ਨਾ ਕਰੀਏ। ਆਪਣੇ ਬੱਚਿਆਂ ਨੇ ਵੀ ਇੱਥੇ ਰਹਿਣਾ, ਆਪਾਂ ਵੀ ਇੱਥੇ ਰਹਿਣਾ, ਆਪਾਂ ਇਸ ਸਮਾਜ ਦੇ ਵਿੱਚ ਰਹਿਣਾ, ਕਿਉਂਕਿ ਬਹੁਤ ਇੰਪੋਰਟੈਂਟ ਥੰਮ ਹੈ ਜਿਹੜਾ ਡੈਮੋਕ੍ਰੇਸੀ ਦਾ ਚੌਥਾ ਥੰਮ। ਜਦੋਂ ਤਿੰਨੇ ਫੇਲ ਹੋ ਜਾਂਦੇ ਆ ਤੇ ਉਦੋਂ ਚੌਥਾ ਜਿਹੜਾ ਆ ਉਹ ਕੰਮ ਆਉਂਦਾ। ਕਿਉਂਕਿ ਅੱਜ ਪੋਲੀਟੀਕਲ ਬੰਦੇ ਦੀ ਜਿਹੜੀ ਇਮੇਜ ਆ ਉਹ ਮੈਨੂੰ ਲੱਗਦਾ ਲੋਐਸਟ ਐਬ 'ਤੇ ਆ। ਉਹਦੇ ਬਾਵਜੂਦ ਵੀ ਅਸੀਂ ਇਹੋ ਜਿਹੀਆਂ ਗਲਤੀਆਂ ਕਰਕੇ, ਇਹੋ ਜਿਹੀ ਪਰਸੈਪਸ਼ਨ ਹਜੇ ਦੁਆਬੇ ਦੇ ਵਿੱਚ ਤਾਂ ਕੰਪੈਰੇਟਿਵਲੀ ਘੱਟ ਆ, ਤੇ ਮਾਲਵੇ ਦੇ ਵਿੱਚ ਬਹੁਤੇ ਪਿੰਡਾਂ ਦੇ ਵਿੱਚ ਬੋਰਡ ਲੱਗ ਗਿਆ ਵੀ ਇੱਥੇ ਪੋਲੀਟੀਕਲ ਬੰਦਾ ਵੜਨਾ ਨਹੀਂ ਚਾਹੀਦਾ। ਆਪਾਂ ਜਿਹੜਾ ਸਾਡਾ ਕਿਸਾਨੀ ਦਾ ਮੋਰਚਾ ਲੱਗਾ ਹੈ ਉਹਦੇ ਵਿੱਚ ਲਗਭਗ 450 ਜਿਹੜੇ ਆ ਨੌਜਵਾਨ ਬਜ਼ੁਰਗ ਕਿਸਾਨਾਂ ਨੇ ਸ਼ਹੀਦੀ ਪਾਈ ਆ। ਆਪਾਂ ਉਹਨਾਂ ਦੇ ਪਰਿਵਾਰਾਂ ਨੂੰ, ਕਿਉਂਕਿ ਜੇ 10,000 ਬੰਦਾ ਪੁਲਿਸ ਦੇ ਵਿੱਚ ਅਸੀਂ ਭਰਤੀ ਕਰਨ ਲੱਗੇ ਆ, ਆਪਾਂ ਕਿਉਂ ਨਹੀਂ ਸਪੈਸ਼ਲ ਕੋਟਾ ਉਹਦੇ ਕ੍ਰੀਏਟ ਕਰਕੇ ਉਹਨਾਂ ਕਿਸਾਨਾਂ ਦੇ ਪਰਿਵਾਰਾਂ ਨੂੰ ਆਪਾਂ ਸਪੋਰਟ ਕਰੀਏ? ਉਹ ਕਿਉਂ ਉੱਥੇ ਬੈਠੇ ਸੀਗੇ? ਕਿਉਂਕਿ ਜੇ ਦਿੱਲੀ ਵਾਲੀ ਸਰਕਾਰ ਨੇ, ਬੀਜੇਪੀ ਸਰਕਾਰ ਨੇ ਉਹ 3 ਕਾਨੂੰਨ ਲਿਆ ਕੇ ਉਹਨਾਂ ਦੇ ਗਲ ਦੇ ਵਿੱਚ ਗੂਠਾ ਦਿੱਤਾ, ਕਮ ਸੇ ਕਮ ਆਪਾਂ ਤਾਂ ਕਿਤੇ ਰਾਹਤ ਦੇ ਦਈਏ। ਸੋ ਇਸ ਕਰਕੇ ਇਹ ਵਿਡਰਾਅ ਕਰੋ। ਇਹਦੇ ਰਿਪਰਕਸ਼ਨਸ ਬੜੇ ਸਰਕਾਰ ਲਈ ਵੀ ਮਾੜੇ ਹੋਣਗੇ ਔਰ ਕਾਂਗਰਸ ਪਾਰਟੀ ਲਈ ਵੀ ਬਹੁਤ ਮਾੜੇ ਹੋਣਗੇ। ਜਲੰਧਰ ਤੋਂ ਚੰਡੀਗੜ੍ਹ ਖਬਰਨਾਮਾ ਦੀ ਬਿਊਰੋ ਰਿਪੋਰਟ।